ਅੱਜ ਅੰਮ੍ਰਿਤ ਵੇਲੇ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 823 ਤੇ ਅੰਕਿਤ ਹੈ। ਦੁਨੀਆ ਅੰਦਰ ਹਰ ਇਨਸਾਨ ਇੱਜ਼ਤ ਮਾਨ ਔਰ ਸਤਿਕਾਰ ਵਾਲੀ ਜ਼ਿੰਦਗੀ ਜੀਣਾ ਚਾਹੁੰਦਾ ਹੈ। ਹਰ ਇਨਸਾਨ ਚਾਹੁੰਦਾ ਹੈ ਜਿੱਥੇ ਮੈਂ ਰਹਾਂ, ਜਿੱਥੇ ਮੈਂ ਜਾਵਾਂ, ਮੈਨੂੰ ਮਾਣ ਮਿਲੇ, ਮੈਨੂੰ ਪਿਆਰ ਮਿਲੇ, ਮੈਨੂੰ ਸਤਿਕਾਰ ਮਿਲੇ। ਇੱਜ਼ਤ ਮਾਣ ਪਿਆਰ ਔਰ ਸਤਿਕਾਰ ਵਾਲਾ ਜੀਵਨ ਜੀਣਾ ਹਰ ਇਨਸਾਨ ਦਾ ਹੱਕ ਵੀ ਹੈ ਔਰ ਹਰ ਇਨਸਾਨ ਦਾ ਫਰਜ਼ ਵੀ ਹੈ। ਇਸ ਦੁਨੀਆ ਅੰਦਰ ਹਰ ਇਨਸਾਨ ਨੂੰ ਚਾਹੀਦਾ ਹੈ ਉਹ ਹਰ ਇੱਕ ਦੇ ਨਾਲ ਪਿਆਰ ਸਤਿਕਾਰ ਵਾਲਾ ਵਿਹਾਰ ਕਰੇ ਔਰ ਹਰ ਇਨਸਾਨ ਨੂੰ ਮਾਣ ਆਦਰ ਔਰ ਪਿਆਰ ਦੇਵੇ, ਕਿਉਂਕਿ ਜੀਵਨ ਦੇ ਅੰਦਰ ਜਦੋਂ ਕਿਸੇ ਦੀ ਬੇਪਤੀ ਹੁੰਦੀ ਹੈ ਤਾਂ ਉਹ ਘਟਨਾ ਉਹਦੇ ਵਾਸਤੇ ਬਹੁਤ ਵੱਡੀ ਦੁਖਦਾਈ ਹੋ ਨਿਬੜਦੀ ਹੈ। ਬੰਦਾ ਬਹੁਤ ਕੁਝ ਭੁਲਾ ਲੈਂਦਾ ਹੈ, ਪਰ ਜਦੋਂ ਜੀਵਨ ਦੇ ਅੰਦਰ ਕਿਸੇ ਵੱਲੋਂ ਬੇਪਤੀ ਕੀਤੀ ਜਾਂਦੀ ਹੈ ਉਸ ਨੂੰ ਭੁਲਾਉਣਾ ਉਹਦੇ ਵਾਸਤੇ ਬਹੁਤ ਔਖਾ ਔਰ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਐਸੀਆਂ ਘਟਨਾਵਾਂ ਮਨੁੱਖੀ ਜ਼ਿੰਦਗੀ ਅੰਦਰ ਹੀਨ ਭਾਵਨਾ ਪੈਦਾ ਕਰਦੀਆਂ ਹਨ ਔਰ ਉਹ ਮਨੁੱਖ ਆਪਣੇ ਅੰਦਰ ਹੀਨ ਭਾਵਨਾ ਮਹਿਸੂਸ ਕਰਦਾ ਹੋਇਆ ਕਈ ਵਾਰ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਅਖਬਾਰਾਂ ਦੇ ਅੰਦਰ ਐਸੀਆਂ ਘਟਨਾਵਾਂ ਪੜ੍ਹਦੇ ਹਾਂ ਕਿ ਮਨੁੱਖ ਦੀ ਬੇਇੱਜ਼ਤੀ ਹੋਈ, ਉਸ ਨੂੰ ਨਾ ਸਹਾਰਦਾ ਹੋਇਆ ਉਹ ਆਪਣੀ ਜਾਨ ਗਵਾ ਗਿਆ। ਤਾਂ ਕਹਿਣ ਤੋਂ ਭਾਵ ਹਰ ਇਨਸਾਨ ਨੂੰ ਇੱਜ਼ਤ ਮਾਣ ਪਿਆਰ ਔਰ ਸਤਿਕਾਰ ਮਿਲਣਾ ਚਾਹੀਦਾ ਹੈ। ਇਹ ਹਰ ਇਨਸਾਨ ਦਾ ਹੱਕ ਵੀ ਹੈ ਔਰ ਹਰ ਇਨਸਾਨ ਦਾ ਫਰਜ਼ ਵੀ ਹੈ। ਬੇਪਤੀ ਕਿਉਂ ਹੁੰਦੀ ਹੈ ਕਿਸੇ ਦੀ ਵੀ? ਉਹਦਾ ਇੱਕੋ ਹੀ ਕਾਰਨ ਹੈ, ਪਸ਼ੂ ਬਿਰਤੀ ਕਰਕੇ। ਜੇ ਕੋਈ ਮਨੁੱਖ ਗਲਤੀ ਕਰਦਾ ਹੈ, ਪਾਪ ਕਰਦਾ ਹੈ, ਅਪਰਾਧ ਕਰਦਾ ਹੈ, ਉਹਦੇ ਅੰਦਰ ਪਸ਼ੂ ਬਿਰਤੀ ਹੈ, ਉਹਦੇ ਕਰਕੇ ਉਸ ਮਨੁੱਖ ਦੀ ਬੇਪਤੀ ਹੁੰਦੀ ਹੈ, ਕਿਉਂਕਿ ਉਸਨੇ ਕੋਈ ਗਲਤ ਕਰਮ ਕੀਤਾ ਹੈ। ਕਈ ਵਾਰ ਐਸਾ ਹੁੰਦਾ ਹੈ ਕਿ ਕੋਈ ਬਹੁਤ ਚੰਗਾ ਇਨਸਾਨ ਹੁੰਦਾ ਹੈ, ਸਹੀ ਰਾਹਾਂ 'ਤੇ ਜ਼ਿੰਦਗੀ ਜੀ ਰਿਹਾ ਹੁੰਦਾ ਹੈ, ਉਹਦੀ ਸੋਚ ਬੋਲ ਵਿਹਾਰ ਬੜਾ ਚੰਗਾ ਹੁੰਦਾ ਹੈ, ਲੇਕਿਨ ਕੋਈ ਦੂਜਾ ਇਨਸਾਨ ਬਿਨਾਂ ਮਤਲਬ ਤੋਂ ਹੀ ਆ ਕੇ ਉਸ ਦੀ ਬੇਪਤੀ ਕਰ ਦਿੰਦਾ ਹੈ। ਤਾਂ ਇਹ ਬੇਪਤੀ ਉਸ ਮਨੁੱਖ ਦੀ ਜੋ ਬੇਪਤੀ ਕਰ ਰਿਹਾ ਹੈ ਉਹਦੀ ਪਸ਼ੂ ਬਿਰਤੀ ਕਰਕੇ ਹੋਈ ਹੈ, ਕਿਉਂਕਿ ਉਸ ਮਨੁੱਖ ਦੇ ਅੰਦਰ ਇਨਸਾਨੀਅਤ ਨਹੀਂ ਹੈ। ਇਸ ਕਰਕੇ ਉਹ ਕਿਸੇ ਚੰਗੇ ਭਲੇ ਇਨਸਾਨ ਨੂੰ ਬੇਪਤ ਕਰ ਰਿਹਾ ਹੈ। ਤਾਂ ਇਸ ਦਾ ਭਾਵ ਕਿ ਜੀਵਨ ਦੇ ਅੰਦਰ ਜੇ ਵਿਕਾਰ ਨੇ ਤਾਂ ਜੀਵਨ ਦੇ ਅੰਦਰ ਮਾਨ ਸਤਿਕਾਰ ਨਹੀਂ ਮਿਲੇਗਾ। ਜਿਸ ਦੇ ਅੰਦਰ ਵਿਕਾਰ ਨੇ ਉਹ ਕਿਸੇ ਦੂਜੇ ਨੂੰ ਮਾਣ ਆਦਰ ਔਰ ਸਤਿਕਾਰ ਨਹੀਂ ਦੇਵੇਗਾ। ਤਾਂ ਅਸੀਂ ਜਾਂ ਆਮ ਮਨੁੱਖ ਇਸ ਸੰਸਾਰ ਦੇ ਅੰਦਰ ਇੱਜ਼ਤ ਮਾਣ ਵਾਲੀ ਜ਼ਿੰਦਗੀ ਜੀ ਸਕੇ, ਹਰ ਇੱਕ ਨੂੰ ਪਿਆਰ ਸਤਿਕਾਰ ਮਿਲ ਸਕੇ, ਉਹਦੇ ਵਾਸਤੇ ਸਾਨੂੰ ਗੁਰਦੇਵ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਮਹਾਨ ਵੱਡੀ ਜੀਵਨ ਜੁਗਤ ਸਮਝਾਈ ਹੈ ਕਿ ਜੇ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਈਏ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੀਏ, ਤਾਂ ਮਨੁੱਖ ਦੀ ਪਤ ਰਹਿ ਸਕਦੀ ਹੈ। ਇੱਜ਼ਤ ਮਾਣ ਆਦਰ ਔਰ ਸਤਿਕਾਰ ਵਾਲਾ ਉਹ ਜੀਵਨ ਜੀ ਸਕਦਾ ਹੈ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਗੁਰ ਪੂਰੈ ਮੇਰੀ ਰਾਖ ਲਈ, ਮੇਰੇ ਪੂਰੇ ਗੁਰੂ ਨੇ ਮੇਰੀ ਇੱਜ਼ਤ ਪੱਤ ਵਿਕਾਰਾਂ ਤੋਂ ਰੱਖ ਲਈ ਹੈ। ਹੁਣ ਬੇਪਤੀ ਕਿਉਂ ਹੋ ਰਹੀ ਹੈ? ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਕਿੰਨੇ ਪਿਆਰ ਨਾਲ ਸਮਝਾਇਆ ਹੈ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਘਰ ਬਾਰ ਮਨਾ, ਮਾਰਹਿ ਲੂਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਕਿ ਮੇਰੀ ਇੱਕ ਨਿਮਾਣੀ ਜਿੰਦ ਔਰ ਵਿਕਾਰ ਜਿਹੜੇ ਨੇ ਉਹ ਬਲਵਾਨ ਪੰਜ, ਇਹਨਾਂ ਦੇ ਟਾਕਰੇ ਮੇਰੇ ਅੰਦਰ ਤਾਕਤ ਨਹੀਂ ਕਿ ਮੈਂ ਇਹਨਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾਵਾਂ। ਇਹ ਵਿਕਾਰ ਮੈਨੂੰ ਜੀਵਨ ਸਫ਼ਰ ਦੇ ਅੰਦਰ ਕਦਮ ਕਦਮ 'ਤੇ ਦੁਖੀ ਕਰ ਰਹੇ ਹਨ। ਤਾਂ ਇਸ ਦੁਨੀਆ ਅੰਦਰ ਕਿਸੇ ਦੀ ਕਾਮ ਹੱਥੋਂ, ਕਿਸੇ ਦੀ ਕ੍ਰੋਧ ਹੱਥੋਂ ਤੇ ਕਿਸੇ ਦੀ ਲੋਭ ਔਰ ਮੋਹ ਦੇ ਹੱਥੋਂ ਬੇਪਤੀ ਹੋਈ ਹੈ। ਗੁਰਦੇਵ ਨੇ ਪਾਵਨ ਬਾਣੀ ਵਿੱਚ ਹੋਰ ਥਾਂ ਵੀ ਬਚਨ ਕੀਤਾ ਹੈ, ਇਨ ਦੂਤਨ ਖਲ ਬਦ ਕਰ ਮਾਰਿਓ, ਬੜੋ ਨਿਲਾਜ ਅਜਹੂ ਨਹੀਂ ਹਾਰਿਓ।
ਕਿ ਇਹਨਾਂ ਵਿਕਾਰਾਂ ਨੇ ਮਨੁੱਖ ਨੂੰ ਕਦਮ ਕਦਮ ਤੇ ਬੰਨ ਕੇ ਮਾਰਿਆ ਹੈ, ਭਾਵ ਦੁਖੀ ਕੀਤਾ ਹੈ, ਬੇਪਤ ਕੀਤਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰੂ ਦੇ ਪਾਵਨ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਉਹਦੀ ਇੱਜ਼ਤ ਪਤ ਰੱਖਦਾ ਹੈ। ਕਿਵੇਂ ਰੱਖਦਾ ਹੈ? ਗੁਰੂ ਸਾਨੂੰ ਇੱਕ ਜੀਵਨ ਦੀ ਜੁਗਤ ਦਿੰਦਾ ਹੈ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਗੁਰੂ ਸਾਡੇ ਅੰਦਰ ਪ੍ਰੇਮ ਦੀ ਭਾਵਨਾ ਪੈਦਾ ਕਰਦਾ ਹੈ। ਗੁਰੂ ਸਾਨੂੰ ਇੱਕ ਵਿਜ਼ਨ ਦਿੰਦਾ ਹੈ, ਗਿਆਨ ਦਿੰਦਾ ਹੈ। ਗੁਰੂ ਸਾਨੂੰ ਵੇ ਆਫ ਲਾਈਫ ਦਿੰਦਾ ਹੈ, ਜੋ ਵੇ ਆਫ ਲਾਈਫ 'ਤੇ ਚੱਲ ਕੇ ਅਸੀਂ ਵਿਕਾਰਾਂ ਤੋਂ ਬਚਦੇ ਹਾਂ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਜ਼ਰੂਰੀ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਿਹੜਾ ਇਨਸਾਨ ਆਉਂਦਾ ਹੈ, ਉਹਨੂੰ ਕੀ ਮਿਲਦਾ ਹੈ? ਅੰਮ੍ਰਿਤ ਨਾਮ ਹਿਰਦੇ ਮਹਿਦੀਨੋ। ਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਮੇਰੇ ਹਿਰਦੇ ਦੇ ਅੰਦਰ ਵਸਾ ਦਿੱਤਾ। ਉਹ ਰੱਬੀ ਗੁਣ, ਉਹ ਰੱਬੀ ਗਿਆਨ, ਉਹ ਰੱਬ ਦੀ ਰਜ਼ਾ ਔਰ ਭਾਣੇ ਵਾਲਾ ਜੀਵਨ ਮੇਰੇ ਹਿਰਦੇ ਦੇ ਅੰਦਰ ਪੱਕਾ ਕਰ ਦਿੱਤਾ। ਹਿਰਦੇ ਦਾ ਮਤਲਬ ਮੇਰੀ ਸੋਚ, ਮੇਰੀ ਮੈਂਟੈਲਿਟੀ, ਮੇਰੀ ਮਾਨਸਿਕਤਾ, ਮੇਰੀ ਸੋਚ ਦੇ ਅੰਦਰ ਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਵਸਾ ਦਿੱਤਾ, ਰੱਬ ਦੇ ਗੁਣ ਵਸਾ ਦਿੱਤੇ। ਮੇਰੀ ਸਬਕੌਨਸ਼ੀਅਸ ਮਾਈਂਡ ਦੇ ਅੰਦਰ ਗੁਰੂ ਦਾ ਦਿੱਤਾ ਹੋਇਆ ਗਿਆਨ ਬੈਠ ਗਿਆ। ਮੇਰੇ ਸਬਕੌਨਸ਼ੀਅਸ ਮਾਈਂਡ ਦੇ ਅੰਦਰ ਗੁਰੂ ਦੇ ਦਿੱਤੇ ਹੋਏ ਰੱਬੀ ਗੁਣ ਜਿਹੜੇ ਨੇ ਉਹ ਟਿਕ ਗਏ। ਅੰਮ੍ਰਿਤ ਨਾਮ ਹਿਰਦੇ ਮਹਿਦੀਨੋ। ਤੇ ਜਦੋਂ ਅੰਮ੍ਰਿਤ ਨਾਮ ਰੱਬੀ ਗੁਣ ਹਿਰਦੇ ਦੇ ਅੰਦਰ ਟਿਕੇ ਤਾਂ ਕੀ ਹੋਇਆ? ਜਨਮ ਜਨਮ ਕੀ ਮੈਲ ਗਈ, ਜਨਮਾਂ ਜਨਮਾਂਤਰਾਂ ਦੀ ਜੋ ਸਮੇਂ ਸਮੇਂ 'ਤੇ ਮੇਰੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੋਈਆਂ ਸਨ, ਉਹ ਮੈਲ ਚਲੀ ਗਈ। ਮਨੁੱਖੀ ਜ਼ਿੰਦਗੀ ਦੇ ਅੰਦਰ ਪਸ਼ੂ ਬਿਰਤੀਆਂ ਨੇ, ਕਿਤੇ ਲੋਭ ਹੈ, ਕਿਤੇ ਅਹੰਕਾਰ ਹੈ, ਈਰਖਾ ਦਵੈਸ਼ ਆਦਿਕ ਹੈ, ਪਾਪ ਔਰ ਵਿਕਾਰ ਨੇ, ਮੇਰ ਤੀਰ ਦੀਆਂ ਭਾਵਨਾਵਾਂ ਨੇ। ਇਸ ਮੈਲ ਕਰਕੇ, ਇਸ ਮਾੜੀ ਸੋਚ ਕਰਕੇ ਹੀ ਜ਼ਿੰਦਗੀ ਦੇ ਅੰਦਰ ਦੁੱਖ ਨੇ। ਤਾਂ ਜਦੋਂ ਗੁਰੂ ਦਾ ਦਿੱਤਾ ਗਿਆਨ ਮੇਰੇ ਹਿਰਦੇ ਦੇ ਅੰਦਰ ਟਿਕਿਆ, ਪ੍ਰਭੂ ਦੇ ਸ਼ੁਭ ਗੁਣ ਮੇਰੇ ਹਿਰਦੇ ਦੇ ਅੰਦਰ ਟਿਕੇ, ਤਾਂ ਜਿਹੜੀ ਮੈਲ ਸੀ ਉਹ ਆਟੋਮੈਟਿਕਲੀ ਚਲੀ ਗਈ। ਜਿੱਥੇ ਸੱਚ ਆ ਜਾਏਗਾ ਉੱਥੇ ਝੂਠ ਨਹੀਂ ਰਹੇਗਾ। ਇਸ ਲਈ ਜ਼ਰੂਰਤ ਹੈ ਸੱਚ ਨੂੰ ਅਪਣਾਉਣ ਦੀ। ਜਦੋਂ ਮਨੁੱਖ ਸੱਚ ਨੂੰ ਅਪਣਾ ਲਵੇਗਾ, ਝੂਠ ਦੀ ਜ਼ਿੰਦਗੀ 'ਚੋਂ ਆਪਣੇ ਆਪ ਖਤਮ ਹੋ ਜਾਏਗਾ। ਜਦੋਂ ਮਨੁੱਖ ਪ੍ਰੇਮ ਨੂੰ ਅਪਣਾ ਲਵੇਗਾ, ਮੋਹ ਔਰ ਈਰਖਾ ਜੀਵਨ ਦੇ ਅੰਦਰੋਂ ਆਪੇ ਹੀ ਚਲੀ ਜਾਏਗੀ। ਜਦੋਂ ਮਨੁੱਖ ਦਇਆ ਨੂੰ ਅਪਣਾ ਲਵੇਗਾ, ਸੇਵਾ ਭਾਵ ਨੂੰ ਅਪਣਾ ਲਵੇਗਾ, ਤਾਂ ਇਹਦੇ ਅੰਦਰੋਂ ਕੁਦਇਆ, ਇਹਦੇ ਅੰਦਰੋਂ ਕਠੋਰਤਾ ਆਪਣੇ ਆਪ ਖਤਮ ਹੋ ਜਾਏਗੀ। ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ, ਗੁਰੂ ਨੇ ਮੇਰੀ ਵਿਕਾਰਾਂ ਤੋਂ ਇੱਜ਼ਤ ਪਤ ਰੱਖ ਲਈ, ਪ੍ਰਭੂ ਦੇ ਸ਼ੁਭ ਗੁਣ ਮੇਰੇ ਹਿਰਦੇ ਦੇ ਅੰਦਰ ਟਿਕਾ ਦਿੱਤੇ, ਤੇ ਮੇਰੇ ਅੰਦਰੋਂ ਜਨਮਾਂ ਜਨਮਾਂਤਰਾਂ ਦੀ ਮੈਲ ਚਲੀ ਗਈ, ਪਸ਼ੂ ਬਿਰਤੀਆਂ ਖਤਮ ਹੋ ਗਈਆਂ, ਵਿਕਾਰ ਔਰ ਪਾਪ ਧੁੱਪ ਗਏ। ਇਸ ਲਈ ਭਾਈ ਜੋ ਵੀ ਚਾਹੁੰਦਾ ਹੈ ਮੇਰੀ ਵਿਕਾਰਾਂ ਤੋਂ ਬੇਪੱਤੀ ਨਾ ਹੋਵੇ, ਮੈਂ ਉੱਚਾ ਸੁੱਚਾ ਇੱਜ਼ਤ ਮਾਨ ਸਤਿਕਾਰ ਵਾਲਾ ਜੀਵਨ ਜੀਵਾਂ, ਤਾਂ ਉਸ ਨੂੰ ਗੁਰਬਾਣੀ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਨਿਵਰੇ ਦੂਤ ਦੁਸ਼ਟ ਬੈਰਾਈ, ਗੁਰਪੂਰੇ ਕਾ ਜਪਿਆ ਜਾਪ। ਗੁਰਪੂਰੇ ਕਾ ਜਪਿਆ ਜਾਪ। ਜਾਪ ਦਾ ਮਤਲਬ ਇੱਥੇ ਹੈ ਉਪਦੇਸ਼। ਜਪਿਆ ਦਾ ਮਤਲਬ ਜਾਣਿਆ, ਯਾਨੀ ਜ਼ਿੰਦਗੀ ਦੇ ਵਿੱਚ ਅਮਲ ਕੀਤਾ। ਜਦੋਂ ਮੈਂ ਗੁਰੂ ਦੇ ਉਪਦੇਸ਼ ਮੁਤਾਬਕ ਜੀਣਾ ਆਰੰਭ ਕੀਤਾ, ਗੁਰੂ ਦੇ ਉਪਦੇਸ਼ ਨੂੰ ਮੈਂ ਇੰਪਲੀਮੈਂਟ ਕੀਤਾ, ਗੁਰੂ ਦੇ ਉਪਦੇਸ਼ ਨੂੰ ਮੈਂ ਆਪਣੇ ਜੀਵਨ ਵਿੱਚ ਵਰਤੋਂ ਵਿੱਚ ਲਿਆਂਦਾ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀ, ਤਾਂ ਫਿਰ ਕੀ ਹੋਇਆ? ਨਿਵਰੇ ਦੂਤ ਦੁਸ਼ਟ ਬੈਰਾਈ। ਜੋ ਦੂਤ ਦੁਸ਼ਟ ਦਾ ਮਤਲਬ ਕਾਮ ਆਦਿਕ ਜਿਹੜੇ ਵੈਰੀ ਸਨ, ਸਾਰੇ ਦੁਰਜਨ ਖਤਮ ਹੋ ਗਏ। ਹੁਣ ਮਨੁੱਖ ਦੇ ਅੰਦਰ ਦੁਸ਼ਟਤਾਈ ਕਦੋਂ ਪੈਦਾ ਹੁੰਦੀ ਹੈ? ਜਦੋਂ ਇਹਦੀ ਜ਼ਿੰਦਗੀ ਦੇ ਅੰਦਰ ਵਿਕਾਰ ਹੋਣ, ਜਦੋਂ ਇਹਦੀ ਸੋਚ ਦੇ ਅੰਦਰ ਵਿਕਾਰ ਹੋਣ, ਉਦੋਂ ਮਨੁੱਖ ਦੇ ਅੰਦਰ ਦੁਸ਼ਟਤਾਈ ਪੈਦਾ ਹੋ ਜਾਂਦੀ ਹੈ। ਉਦੋਂ ਇਹ ਵੈਰ ਭਾਵ ਕਮਾਉਂਦਾ ਹੈ, ਉਦੋਂ ਰਿਸ਼ਵਤਖੋਰ ਹੋ ਜਾਂਦਾ ਹੈ, ਪਾਪ ਕਮਾਏਗਾ, ਅਪਰਾਧ ਕਰੇਗਾ, ਮੇਰ ਤੇਰ ਦੀਆਂ ਭਾਵਨਾਵਾਂ ਇਸ ਦੀ ਜ਼ਿੰਦਗੀ ਵਿੱਚ ਆ ਜਾਣਗੀਆਂ। ਦੂਜਿਆਂ ਦੀ ਪ੍ਰੋਪਰਟੀ ਨੂੰ ਇਹ ਦਬਾਉਣਾ ਚਾਹੇਗਾ, ਕਿਸੇ ਦੀਆਂ ਚੰਗੀਆਂ ਭਾਵਨਾਵਾਂ ਦਾ ਇਹ ਸਤਿਕਾਰ ਨਹੀਂ ਕਰੇਗਾ, ਦੂਜਿਆਂ ਦਾ ਇਹ ਨਿਰਾਦਰ ਕਰੇਗਾ। ਕਦੋਂ? ਜਦੋਂ ਇਸ ਦੀ ਸੋਚ ਦੇ ਅੰਦਰ ਵਿਕਾਰ ਹੋਣਗੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਮੈਂ ਗੁਰੂ ਦੇ ਉਪਦੇਸ਼ ਮੁਤਾਬਕ ਜੀਵਨ ਜੀਵਿਆ
ਤਾਂ ਮੇਰੇ ਜੀਵਨ ਦੇ ਅੰਦਰ ਜੋ ਦੁਸ਼ਟ ਦੂਤ, ਕਾਮ, ਕ੍ਰੋਧ ਆਦਿਕ ਵੈਰੀ ਸਨ ਮਨੁੱਖਤਾ ਦੇ, ਉਹ ਦੂਰ ਹੋ ਗਏ। ਉਹ ਮੇਰੇ ਹੁਣ ਨਜ਼ਦੀਕ ਨਹੀਂ ਆਉਂਦੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਹੇ ਪ੍ਰਭੂ, ਤੇਰੇ ਗੁਣਾਂ ਦੇ ਪ੍ਰਤਾਪ ਨੂੰ ਵੇਖ ਕੇ ਕਾਮ, ਕ੍ਰੋਧ ਆਦਿਕ ਆਤਮਕ ਮੌਤ ਲਿਆਉਣ ਵਾਲੇ ਔਗਣ ਮਨੁੱਖ ਦੀ ਜ਼ਿੰਦਗੀ ਤੋਂ ਦੂਰ ਚਲੇ ਜਾਂਦੇ ਨੇ। ਉਹ ਇਹਦਾ ਸਾਥ ਛੱਡ ਜਾਂਦੇ ਨੇ, ਉਹ ਇਹਦੇ ਹਿਰਦੇ ਦੇ ਅੰਦਰ ਨਹੀਂ ਰਹਿੰਦੇ, ਉਹਨਾਂ ਦਾ ਦੂਰ ਦਾ ਵੀ ਨਾਤਾ ਔਰ ਸੰਬੰਧ ਨਹੀਂ ਰਹਿ ਜਾਂਦਾ। ਇਹ ਵਿਕਾਰਾਂ ਤੋਂ ਸਦਾ ਵਾਸਤੇ ਮੁਕਤ ਹੋ ਜਾਂਦਾ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ 'ਚੋਂ ਵਿਕਾਰ, ਦੁੱਖ, ਚਿੰਤਾਵਾਂ ਖਤਮ ਹੋਣ, ਤਾਂ ਸਾਨੂੰ ਵੀ ਗੁਰੂ ਦੇ ਉਪਦੇਸ਼ ਮੁਤਾਬਕ ਜੀਵਨ ਜੀਣਾ ਚਾਹੀਦਾ ਹੈ। ਹੁਣ ਅਗਲਾ ਬਚਨ ਕਰਦੇ ਨੇ, ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਮੇਰੇ ਪ੍ਰਭੂ ਦੀ ਬਹੁਤ ਵੱਡੀ ਤਾਕਤ ਹੈ। ਹੁਣ ਇਹਨਾਂ ਵਿਕਾਰਾਂ ਦੇ ਵਿੱਚੋਂ ਕੋਈ ਵਿਚਾਰਾ ਮੇਰਾ ਕੀ ਕਰ ਸਕਦਾ ਹੈ? ਭਾਵ ਕੁਛ ਨਹੀਂ ਕਰ ਸਕਦਾ। ਹੁਣ ਇਹ ਵਿਕਾਰ ਮੇਰਾ ਕੁਛ ਵਿਗਾੜ ਨਹੀਂ ਸਕਦੇ। ਇਹ ਵਿਕਾਰ ਮੇਰੇ ਨਜ਼ਦੀਕ ਨਹੀਂ ਆ ਸਕਦੇ, ਕਿਉਂਕਿ ਮੇਰੇ ਪ੍ਰਭੂ ਦਾ ਪ੍ਰਤਾਪ ਬੜਾ ਵੱਡਾ ਹੈ। ਮੇਰੇ ਪ੍ਰਭੂ ਦੇ ਗੁਣਾਂ ਦਾ ਪ੍ਰਤਾਪ ਬਹੁਤ ਮਹਾਨ ਹੈ ਔਰ ਹਕੀਕਤ ਹੈ। ਇਹ ਚੀਜ਼ ਸਮਝਣ ਵਾਲੀ ਹੈ ਕਿ ਇੰਨਾ ਵੱਡਾ ਪ੍ਰਤਾਪ ਹੈ ਸੱਚ ਦਾ। ਜਿੱਥੇ ਸੱਚ ਹੁੰਦਾ ਹੈ ਉੱਥੇ ਝੂਠ ਟਿਕਦਾ ਨਹੀਂ ਹੈ। ਗੁਰਦੇਵ ਦਾ ਪਾਵਨ ਬਚਨ ਹੈ, ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਕੂੜ ਆਖਿਰ ਖਤਮ ਹੋ ਜਾਂਦਾ ਹੈ, ਅਖੀਰ ਨੂੰ ਸੱਚ ਹੀ ਰਹਿੰਦਾ ਹੈ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਅੱਜ ਹੋਵੇ ਕੱਲ੍ਹ ਹੋਵੇ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਮੇਰਾ ਹੁਣ ਇਹਨਾਂ ਦੇ ਵਿੱਚੋਂ ਕੋਈ ਕੁਛ ਵਿਗਾੜ ਨਹੀਂ ਸਕਦਾ। ਯਾਨੀ ਜਿਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸੱਚ ਵਸ ਗਿਆ ਨਾ, ਝੂਠ ਉਹਦੇ ਜੀਵਨ ਨੂੰ ਬਰਬਾਦ ਨਹੀਂ ਕਰ ਪਾਏਗਾ, ਕਿਉਂਕਿ ਉਸਨੇ ਝੂਠ ਬੋਲਣਾ ਹੀ ਨਹੀਂ। ਜਿਸ ਮਨੁੱਖ ਦੇ ਜੀਵਨ ਦੇ ਅੰਦਰ ਪ੍ਰੇਮ ਵਸ ਗਿਆ ਨਾ, ਈਰਖਾ ਦੁਆਸ਼ ਉਹਦਾ ਕੀ ਵਿਗਾੜੇਗੀ, ਕਿਉਂਕਿ ਉਸ ਦੀ ਜ਼ਿੰਦਗੀ ਦੇ ਅੰਦਰ ਹੈ ਹੀ ਪ੍ਰੇਮ। ਉਹ ਪ੍ਰੇਮ ਦੇ ਨਾਲ ਬੋਲੇਗਾ, ਪ੍ਰੇਮ ਦੇ ਨਾਲ ਵਿਹਾਰ ਕਰੇਗਾ। ਉਹ ਕਿਸੇ ਦੇ ਨਾਲ ਈਰਖਾ ਕਰੇਗਾ ਹੀ ਨਹੀਂ, ਕਿਉਂਕਿ ਉਸ ਦੇ ਕੋਲ ਈਰਖਾ ਹੈ ਹੀ ਨਹੀਂ। ਜਿਸ ਕਿਸੇ ਦੁਕਾਨ 'ਤੇ ਜੋ ਸੌਦਾ ਮਿਲਦਾ ਹੈ ਉਹੀ ਮਿਲ ਸਕਦਾ ਹੈ, ਦੂਜਾ ਨਹੀਂ। ਇੱਕ ਸਰੀਏ ਸੀਮੈਂਟ ਦੀ ਦੁਕਾਨ ਹੈ ਨਾ, ਤੇ ਉੱਥੇ ਜਾ ਕੇ ਜੇ ਕੋਈ ਹਰੀ ਸਬਜ਼ੀ ਲੈਣਾ ਚਾਹੇ ਕਿ ਮੈਨੂੰ 2 ਕਿਲੋ ਭਿੰਡੀਆਂ ਦੇ ਦਿਓ, ਤਾਂ ਸਰੀਏ ਸੀਮੈਂਟ ਦੀ ਦੁਕਾਨ ਤੋਂ ਭਿੰਡੀਆਂ ਨਹੀਂ ਮਿਲਣਗੀਆਂ, ਕਿਉਂਕਿ ਉੱਥੇ ਸਬਜ਼ੀ ਹੈ ਹੀ ਨਹੀਂ। ਤੇ ਜੇ ਕੋਈ ਸਬਜ਼ੀ ਭਾਜੀ ਦੀ ਦੁਕਾਨ 'ਤੇ ਜਾ ਕੇ ਸੀਮੈਂਟ ਦੇ 4 ਕੱਟੇ ਮੰਗੇ ਤਾਂ ਉੱਥੋਂ ਮਿਲੇਗਾ ਨਹੀਂ, ਕਿਉਂਕਿ ਉੱਥੇ ਹੈ ਹੀ ਨਹੀਂ। ਜਿਹੜੀ ਚੀਜ਼ ਜਿੱਥੇ ਹੈ ਹੀ ਨਹੀਂ ਉੱਥੋਂ ਮਿਲੇਗੀ ਨਹੀਂ। ਇਸੇ ਤਰ੍ਹਾਂ ਜਿਸ ਮਨੁੱਖ ਦੀ ਸੁਰਤ ਦੇ ਅੰਦਰ ਪ੍ਰੇਮ ਵਸ ਗਿਆ, ਉਹ ਕਿਸੇ ਦੇ ਨਾਲ ਈਰਖਾ ਕਰੇਗਾ ਹੀ ਨਹੀਂ, ਕਿਉਂਕਿ ਉਹਦੀ ਸੁਰਤ ਵਿੱਚ ਹੀ ਹੈ ਨਹੀਂ, ਉਹਦੀ ਮਾਨਸਿਕਤਾ ਵਿੱਚ ਹੈ ਨਹੀਂ, ਉਹਦੀ ਸੋਚ ਵਿੱਚ ਈਰਖਾ ਹੈ ਹੀ ਨਹੀਂ। ਉਹਦੀ ਸੋਚ ਦੇ ਅੰਦਰ ਨਿਰੋਲ ਪ੍ਰੇਮ ਹੈ, ਇਸ ਲਈ ਉਹ ਪ੍ਰੇਮ ਹੀ ਕਰੇਗਾ। ਗੁਰੂ ਦਾ, ਪ੍ਰਭੂ ਦਾ ਕਿਹੜਾ ਵੱਡਾ ਮਹਾਨ ਸੁਭਾਅ ਹੈ, ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਗੁਰੂ ਦਾ, ਪ੍ਰਭੂ ਦਾ ਇਹ ਸੁਭਾਅ ਹੈ ਨਾ ਕਿ ਜੋ ਚਰਨਾਂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਪ੍ਰਭੂ ਉਸ ਨੂੰ ਆਪਣੇ ਸੀਨੇ ਦੇ ਨਾਲ ਲਾ ਲੈਂਦਾ ਹੈ। ਗੁਰੂ ਕਿਸੇ ਦਾ ਬੁਰਾ ਕਰਦਾ ਹੀ ਨਹੀਂ। ਸਤਿਗੁਰ ਅੰਦਰੋਂ ਨਿਰਵੈਰ ਹੈ, ਤਿਨ ਵਿੱਚੋਂ ਤਿਸ਼ਟਿਆ ਨਾ ਕੋਏ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਜੋ ਹੈ ਹੀ ਪਰਉਪਕਾਰੀ, ਉਹ ਕਿਸੇ ਦਾ ਬੁਰਾ ਕਰੇਗਾ ਹੀ ਨਹੀਂ। ਤਾਂ ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਮੇਰੇ ਪ੍ਰਭੂ ਦਾ ਮਹਾਨ ਪ੍ਰਤਾਪ ਹੈ, ਮੇਰੇ ਪ੍ਰਭੂ ਦੇ ਗੁਣਾਂ ਦੀ ਮਹਾਨ ਵੱਡੀ ਤਾਕਤ ਹੈ। ਹੁਣ ਇਹਨਾਂ ਕਾਮ, ਕ੍ਰੋਧ, ਲੋਭ ਆਦਿਕ 'ਚੋਂ ਮੇਰਾ ਕੋਈ ਕੁਛ ਵਿਗਾੜ ਨਹੀਂ ਸਕਦਾ। ਇਹ ਮੇਰੇ ਨਜ਼ਦੀਕ ਨਹੀਂ ਆ ਸਕਦੇ, ਇਹਨਾਂ ਦਾ ਮੇਰੇ ਉੱਤੇ ਹੁਣ ਕੋਈ ਪ੍ਰਭਾਵ ਨਹੀਂ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਸਾਡੀ ਜ਼ਿੰਦਗੀ ਅੰਦਰ ਇਹਨਾਂ ਵਿਕਾਰਾਂ ਦਾ ਔਰ ਵਿਕਾਰਾਂ ਕਰਕੇ ਪੈਦਾ ਹੋਏ ਦੁੱਖਾਂ ਦਾ ਵਿਨਾਸ਼ ਹੋਵੇ, ਇਹ ਸਾਡੇ 'ਤੇ ਪ੍ਰਭਾਵ ਨਾ ਪਾ ਸਕਣ, ਤਾਂ ਸਾਨੂੰ ਵੀ ਗੁਰਬਾਣੀ ਪੜ੍ਹ, ਸੁਣ, ਸਮਝ ਕੇ ਉਸ 'ਤੇ ਅਮਲ ਕਰਕੇ ਰੱਬੀ ਗੁਣਾਂ ਦੇ ਧਾਰਨੀ ਹੋਣ ਦਾ ਯਤਨ ਕਰਨਾ ਚਾਹੀਦਾ ਹੈ। ਅਖੀਰਲੇ ਬਚਨ ਗੁਰਦੇਵ ਪਾਤਸ਼ਾਹ ਜੀ ਕਰ ਰਹੇ ਨੇ, ਸਿਮਰ 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 ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ। ਗੁਰੂ ਦੀ ਕਿਰਪਾ ਦੇ ਨਾਲ ਮੈਂ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰ ਕਰਕੇ ਸੁਖ ਪਾਇਆ ਹੈ। ਸਿਮਰ 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 ਸੁਖ ਪਾਇਆ, ਰੱਬ ਨੂੰ ਯਾਦ ਕਰਕੇ, ਰੱਬ ਦੇ ਗੁਣਾਂ ਨੂੰ ਯਾਦ ਰੱਖ ਕੇ, ਉਹਦੀ ਸਿਫਤ ਸਲਾਹ ਕਰਕੇ। ਜੋ ਰੱਬ ਨੂੰ ਸਿਮਰ ਰਿਹਾ ਹੈ, ਇਹਦਾ ਮਤਲਬ ਉਹ ਰੱਬੀ ਗੁਣਾਂ ਨੂੰ ਯਾਦ ਕਰ ਰਿਹਾ ਹੈ, ਮਨ ਕਰਕੇ, ਬਚਨ ਕਰਕੇ, ਕਰਮਾਂ ਕਰਕੇ।
ਉਹਦੀ ਸੋਚ ਦੇ ਅੰਦਰ ਵੀ ਰੱਬੀ ਗੁਣ ਨੇ। ਦਇਆ ਹੈ, ਪ੍ਰੇਮ ਹੈ, ਸਤਿਕਾਰ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਇਨਸਾਨੀਅਤ ਹੈ। ਉਹਦੀ ਸੋਚ ਵਿੱਚ ਵੀ ਹੈ। ਉਹਦੇ ਬੋਲ ਵੀ ਐਸੇ ਨੇ, ਉਹ ਤਾਂ ਦੂਜਿਆਂ ਨੂੰ ਵੀ ਮਾੜੇ ਬੋਲ ਬੋਲਣ ਤੋਂ ਵਰਜਦਾ ਔਰ ਹੋੜਦਾ ਹੈ। ਬਾਬਾ ਫਰੀਦ ਜੀ ਕਿੰਨੇ ਪਿਆਰ ਦੇ ਨਾਲ ਸਮਝਾ ਰਹੇ ਨੇ ਨਾ, ਇੱਕ ਫਿੱਕਾ ਨਾ ਗਾਲਾਏ, ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹਿ ਹੀ ਠਾਹੇ, ਮਾਨਕ ਸਭ ਅਮੁੱਲ ਵੇ। ਕਿ ਪਿਆਰਿਆ, ਕਿਸੇ ਦੇ ਨਾਲ ਫਿੱਕਾ ਬੋਲ ਨਾ ਬੋਲ, ਕਿਉਂਕਿ ਸਾਰਿਆਂ ਦੇ ਅੰਦਰ ਪ੍ਰਭੂ ਆਪ ਵਸ ਰਿਹਾ ਹੈ। ਕਿਸੇ ਦਾ ਦਿਲ ਨਾ ਦੁਖਾ। ਐਸਾ ਕੋਈ ਬਚਨ, ਐਸਾ ਕੋਈ ਕਰਮ ਨਾ ਕਰ ਜਿਸ ਦੇ ਨਾਲ ਕਿਸੇ ਨੂੰ ਦੁੱਖ ਹੋਵੇ। ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਜੇ ਤੈਨੂੰ ਰੱਬ ਦੇ ਨਾਲ ਮਿਲਣ ਦੀ ਚਾਹਤ ਹੈ, ਜੇ ਤੇਰੇ ਅੰਦਰ ਰੱਬ ਦੀ ਪ੍ਰੀਤ ਹੈ, ਤਾਂ ਫਿਰ ਕਿਸੇ ਦਾ ਦਿਲ ਨਾ ਦੁਖਾ, ਕਿਉਂਕਿ ਸਾਰਿਆਂ ਦੇ ਅੰਦਰ ਰੱਬ ਵਸਦਾ ਹੈ। ਜੋ ਦਿਸੈ ਸੋ ਤੇਰਾ ਰੂਪ, ਜੋ ਨਜ਼ਰੀ ਪੈਂਦਾ ਹੈ ਪ੍ਰਭੂ ਤੇਰਾ ਹੀ ਤੇ ਰੂਪ ਹੈ। ਜਦੋਂ ਅਸੀਂ ਕਿਸੇ ਦੀਆਂ ਆਂਦਰਾਂ ਨੂੰ ਹੱਥ ਪਾਉਂਦੇ ਹਾਂ ਤਾਂ ਉਦੋਂ ਰੱਬ ਦੀਆਂ ਆਂਦਰਾਂ ਨੂੰ ਹੀ ਹੱਥ ਪਾ ਰਹੇ ਹੁੰਦੇ ਹਾਂ। ਜਦੋਂ ਅਸੀਂ ਕਿਸੇ ਇਨਸਾਨ ਦੇ ਨਾਲ ਈਰਖਾ ਕਰਕੇ ਉਹਦੀ ਬੇਪੱਤੀ ਕਰ ਰਹੇ ਹੁੰਦੇ ਹਾਂ, ਉਦੋਂ ਰੱਬ ਦੇ ਨਾਲ ਹੀ ਈਰਖਾ ਕਰ ਰਹੇ ਹਾਂ, ਰੱਬ ਦੀ ਹੀ ਬੇਪੱਤੀ ਕਰ ਰਹੇ ਹਾਂ। ਇਹ ਧਿਆਨ ਰੱਖਣ ਦੀ ਜ਼ਰੂਰਤ ਹੈ। ਤਾਂ ਰੱਬ ਨੂੰ ਸਿਮਰਨ ਦਾ ਮਤਲਬ ਰੱਬੀ ਗੁਣਾਂ ਨੂੰ ਆਪਣੇ ਮਨ ਦੇ ਅੰਦਰ ਯਾਦ ਰੱਖਣਾ ਹੈ। ਇਹੀ ਰੱਬ ਦੀ ਭਗਤੀ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤਾਂ ਪ੍ਰਭੂ ਦੇ ਗੁਣਾਂ ਨੂੰ ਯਾਦ ਕਰ ਕਰਕੇ, ਉਹਦੀ ਸਿਫਤ ਸਲਾਹ ਕਰ ਕਰਕੇ ਮੈਂ ਮਨ, ਬਚਨ ਔਰ ਕਰਮ ਕਰਕੇ ਸ਼ਾਂਤ ਹਾਂ, ਸੁਖੀ ਹਾਂ। ਕਿਉਂਕਿ ਚਰਨ ਕਮਲ ਰਖ ਮਨ ਮਾਹੀ, ਪ੍ਰਭੂ ਦੇ ਸੋਹਣੇ ਚਰਨ, ਕਮਲਾਂ ਵਰਗੇ ਚਰਨ, ਉਹਨਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾਇਆ ਹੈ। ਪ੍ਰਭੂ ਦੇ ਚਰਨਾਂ ਦਾ ਮਤਲਬ ਹੀ ਰੱਬ ਦੇ ਗੁਣ ਨੇ। ਮੈਂ ਰੱਬ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਅਤੇ ਜੋ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ, ਉਹਦਾ ਜੀਵਨ ਕਮਲ ਵਰਗਾ ਹੋ ਜਾਂਦਾ। ਉਹ ਰਹਿੰਦਾ ਇਸ ਸੰਸਾਰ ਦੇ ਅੰਦਰ ਹੈ ਜਿਵੇਂ ਕਮਲ ਪਾਣੀ ਵਿੱਚ ਹੈ। ਪਾਣੀ ਦੀਆਂ ਲਹਿਰਾਂ ਪਛਾੜਾਂ ਮਾਰਦੀਆਂ ਨੇ, ਪਰ ਕਮਲ ਮੁਰਝਾਉਂਦਾ ਨਹੀਂ, ਪਾਣੀ ਵਿੱਚ ਡੁੱਬਦਾ ਨਹੀਂ। ਇਸੇ ਤਰ੍ਹਾਂ ਜੋ ਪ੍ਰਭੂ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ, ਉਹਦੇ ਜੀਵਨ ਅੰਦਰ ਸੁੱਖ ਦੁੱਖ ਦੀਆਂ ਲਹਿਰਾਂ ਆਉਂਦੀਆਂ ਨੇ, ਪਛਾੜਾਂ ਵੱਜਦੀਆਂ ਨੇ, ਲੇਕਿਨ ਉਹਨਾਂ ਦੇ ਅੰਦਰ ਉਹ ਖਚਤ ਨਹੀਂ ਹੁੰਦਾ, ਵਿਕਾਰਾਂ ਵਿੱਚ ਖਚਤ ਨਹੀਂ ਹੁੰਦਾ, ਖਿੜਿਆ ਰਹਿੰਦਾ ਹੈ, ਸਦਾ ਵਿਗਾਸਤਾ ਵਿੱਚ ਹੈ। ਦੂਜੀ ਗੱਲ, ਕਮਲ ਦੇ ਅੰਦਰ ਕੋਮਲਤਾ ਹੈ। ਅਤੇ ਜਿਸ ਮਨੁੱਖ ਦੀ ਜ਼ਿੰਦਗੀ ਅੰਦਰ ਪ੍ਰਭੂ ਦੇ ਗੁਣ ਵਸ ਜਾਣਗੇ ਨਾ, ਉਸ ਮਨੁੱਖ ਦੀ ਇਹ ਨਿਸ਼ਾਨੀ ਹੋਏਗੀ ਕਿ ਉਸ ਮਨੁੱਖ ਦਾ ਹਿਰਦਾ ਵੀ ਕੋਮਲ ਹੋਏਗਾ, ਉਸ ਦੇ ਬਚਨ ਵੀ ਕੋਮਲ ਹੋਣਗੇ, ਉਹਦਾ ਵਿਹਾਰ ਬੜਾ ਪਾਰਦਰਸ਼ੀ ਹੋਏਗਾ। ਉਹ ਇਨਸਾਨ ਦਇਆ ਦੇ ਨਾਲ ਭਰਿਆ ਹੋਇਆ ਹੋਏਗਾ। ਉਹ ਇਸ ਸੰਸਾਰ ਦੀ ਪੀੜਾ ਨੂੰ ਕਦੇ ਅਨੁਭਵ ਕਰੇਗਾ, ਔਰ ਉਹ ਸੰਸਾਰ ਦੀ ਪੀੜਾ ਨੂੰ ਵੇਖ ਨਹੀਂ ਸਕਦਾ। ਸੰਸਾਰ ਦੀ ਪੀੜਾ ਨੂੰ ਵੇਖ ਕੇ ਉਹ ਆਪ ਦੁਖੀ ਹੋ ਜਾਂਦਾ ਹੈ। ਉਹਨੂੰ ਸੰਸਾਰ ਦਾ ਹਰ ਇਨਸਾਨ ਸੁਖੀ ਔਰ ਸ਼ਾਂਤ ਹੋਣਾ ਚਾਹੀਦਾ, ਇਹ ਭਾਵਨਾ ਉਹਦੇ ਅੰਦਰ ਹੁੰਦੀਆਂ ਨੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਇਸ ਸੰਸਾਰ ਨੂੰ ਧਿਆਨ ਦੇ ਨਾਲ ਤੱਕਦੇ ਨੇ, ਜਲਦੀ ਹੋਈ ਪ੍ਰਿਥਵੀ ਨਜ਼ਰ ਆਉਂਦੀ ਹੈ, ਹਰ ਇਨਸਾਨ ਦੁਖੀ ਔਰ ਅਸ਼ਾਂਤ ਨਜ਼ਰੀ ਆਉਂਦਾ ਹੈ, ਤਾਂ ਆਪਣਾ ਘਰ-ਬਾਰ ਔਰ ਪਰਿਵਾਰ ਤਿਆਗ ਕੇ ਸੰਸਾਰ ਨੂੰ ਸੁਖੀ ਜੀਵਨ ਵਾਲਾ ਰਾਸਤਾ ਦੇਣ ਲਈ ਤੁਰ ਪੈਂਦੇ ਨੇ। ਬਾਬਾ ਦੇਖੇ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਤੇ ਫਿਰ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੜ੍ਹਿਆ ਸੋਧਨ ਧਰਤ ਲੁਕਾਈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਜੀ ਜਦ ਮੋਦੀਖਾਨੇ ਤੇ ਜਾਂਦੇ ਨੇ, ਔਰ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਦੇ ਨੇ ਕਿ ਬੇਟਾ ਪੈਸਾ, ਤਾਂ ਗੁਰੂ ਜੀ ਕਹਿੰਦੇ ਨੇ ਪੈਸਾ ਪਿਤਾ ਜੀ ਬਹੁਤ ਆਉਂਦਾ ਹੈ। ਤੇ ਪਿਤਾ ਜੀ ਪੁੱਛਦੇ ਨੇ ਇਹਦਾ ਮਤਲਬ ਪੈਸਾ ਬਹੁਤ ਜਮ੍ਹਾਂ ਕਰ ਲਿਆ ਹੋਏਗਾ, ਤਾਂ ਗੁਰੂ ਜੀ ਕਹਿੰਦੇ ਨੇ ਪੈਸਾ ਜਮ੍ਹਾਂ ਤੇ ਨਹੀਂ ਹੋਇਆ। ਤਾਂ ਪਿਤਾ ਜੀ ਪੁੱਛਦੇ ਨੇ ਜਮ੍ਹਾਂ ਨਹੀਂ ਹੋਇਆ, ਫਿਰ ਪੈਸਾ ਆਉਂਦਾ ਹੈ ਤੇ ਜਾਂਦਾ ਕਿੱਧਰ ਹੈ? ਤਾਂ ਗੁਰੂ ਪਾਤਸ਼ਾਹ ਜੀ ਸ਼ਾਮ ਨੂੰ ਦਿਖਾਉਂਦੇ ਹਨ ਕਿ ਗੁਰੂ ਜੀ ਦੇ ਪਾਸ ਕਿੰਨੇ ਸਾਰੇ ਲੋਕ ਆਉਂਦੇ ਨੇ ਜਿਨ੍ਹਾਂ ਦੇ ਕੋਲ ਬਸਤਰ ਨਹੀਂ ਹਨ, ਜਿਨ੍ਹਾਂ ਕੋਲ ਖਾਣ ਲਈ ਭੋਜਨ ਨਹੀਂ ਹੈ, ਜਿਨ੍ਹਾਂ ਨੂੰ ਲੋੜੀਂਦੀਆਂ ਵਸਤੂਆਂ ਨਹੀਂ ਮਿਲ ਰਹੀਆਂ, ਦਵਾਈ ਦਾਰੂ ਦੀ ਜ਼ਰੂਰਤ ਹੈ। ਤਾਂ ਗੁਰੂ ਪਾਤਸ਼ਾਹ ਜੀ ਉਹਨਾਂ ਦੀ ਸਹਾਇਤਾ ਕਰਦੇ ਨੇ ਔਰ ਇਸ਼ਾਰਾ ਕਰਦੇ ਨੇ ਕਿ ਪਿਤਾ ਜੀ ਪੈਸਾ ਇੱਥੇ ਖਰਚ ਹੋ ਜਾਂਦਾ ਹੈ।
ਜਦੋਂ ਤੱਕ ਇਸ ਵੱਡੇ ਪਰਿਵਾਰ ਵਿੱਚ, ਜਿਸ ਦਾ ਮੈਂ ਵੀ ਇੱਕ ਮੈਂਬਰ ਹਾਂ, ਰੱਬ ਦਾ ਇਹ ਵੱਡਾ ਪਰਿਵਾਰ ਹੈ ਨਾ, ਏਕ ਪਿਤਾ ਏਕਸ ਕੇ ਹਮ ਬਾਰਿਕ, हे ਪਿਤਾ ਜੀ, ਜਦੋਂ ਤੱਕ ਇਸ ਸੰਸਾਰ ਦੇ ਅੰਦਰ ਰੱਬ ਦੇ ਵੱਡੇ ਪਰਿਵਾਰ ਵਿੱਚ ਇੱਕ ਵੀ ਮਨੁੱਖ ਭੁੱਖਾ, ਬੇਘਰ ਔਰ ਬਸਤਰਾਂ ਤੋਂ ਹੀਣਾ ਹੈ, ਉਦੋਂ ਤੱਕ ਪੈਸਾ ਮੈਂ ਜਮ੍ਹਾਂ ਕਿਵੇਂ ਕਰ ਸਕਦਾ ਹਾਂ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਦੇ ਗੁਣ ਵਸੇ ਨੇ, ਉਹਨਾਂ ਦਾ ਹਿਰਦਾ ਕੋਮਲ ਹੈ, ਉਹ ਦੂਜੇ ਦੀ ਪੀੜਾ ਨੂੰ ਅਨੁਭਵ ਕਰਦੇ ਨੇ, ਦੂਜੇ ਦੀ ਪੀੜਾ ਨੂੰ ਆਪਣੀ ਪੀੜਾ ਸਮਝਦੇ ਨੇ। ਤੀਜੀ ਗੱਲ, ਕਮਲ ਦੇ ਅੰਦਰ ਸੁਗੰਧ ਹੈ ਸ਼ੁਭ ਗੁਣਾਂ ਦੀ, ਸੁੰਦਰਤਾ ਹੈ ਉਹਨਾਂ ਦੇ ਅੰਦਰ। ਇਸੇ ਤਰ੍ਹਾਂ ਜੋ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ, ਉਹਨਾਂ ਦੀ ਮਾਨਸਿਕਤਾ ਸੁੰਦਰ ਹੈ, ਉਹਨਾਂ ਦੇ ਅੰਦਰ ਸ਼ੁਭ ਗੁਣਾਂ ਦੀ ਸੁਗੰਧ ਹੈ। ਜਿੱਥੇ ਵੀ ਜਾਂਦੇ ਨੇ ਉਹ ਆਪਣੇ ਸ਼ੁਭ ਗੁਣਾਂ ਦੀ ਸੁਗੰਧ ਫੈਲਾਉਂਦੇ ਨੇ, ਲੋਕ ਉਹਨਾਂ ਵਰਗਾ ਹੋਣਾ ਲੋਚਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਮੈਂ ਪ੍ਰਭੂ ਦੇ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਹਮੇਸ਼ਾ ਰੱਬੀ ਗੁਣਾਂ ਨੂੰ ਯਾਦ ਰੱਖਿਆ ਹੈ, ਇਸ ਲਈ ਮੈਂ ਮਨ, ਬਚਨ ਔਰ ਕਰਮ ਕਰਕੇ ਸੁਖ ਪਾ ਲਿਆ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਐਸਾ ਸੁਖ ਪੈਦਾ ਹੋਵੇ, ਤਾਂ ਸਾਨੂੰ ਵੀ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਸਾਨੂੰ ਜ਼ਿੰਦਗੀ ਜੀਣੀ ਚਾਹੀਦੀ ਹੈ। ਤਾਕੀ ਸ਼ਰਨ ਪਰਿਓ ਨਾਨਕ ਦਾਸ, ਜਾਤੇ ਉੱਪਰ ਕੋ ਨਾਹੀ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਦਾਸ ਨਾਨਕ ਉਸ ਪ੍ਰਭੂ ਦੀ ਸ਼ਰਨ ਪੈ ਗਿਆ ਹੈ ਜਿਸ ਤੋਂ ਉੱਚਾ, ਜਿਸ ਤੋਂ ਵੱਡਾ, ਮਹਾਨ ਹੋਰ ਕੋਈ ਨਹੀਂ ਹੈ। ਜਿਸ ਤੋਂ ਵੱਡਾ ਕੋਈ ਨਹੀਂ, ਜਿਸ ਤੋਂ ਮਹਾਨ ਹੋਰ ਕੋਈ ਨਹੀਂ। ਇਸ ਲਈ ਯਾਦ ਰੱਖਣਾ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕੇ ਦੀਏ ਰਹੇ ਅਘਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਉਸ ਮਾਲਕ ਦੀ ਸ਼ਰਨ ਦੇ ਅੰਦਰ ਜਾਣ ਦਾ ਭਾਵ ਹੀ ਇਹ ਹੈ ਕਿ ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਣਾ, ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ, ਲਿਖਿਆ ਨਾਲ ਤੋਂ ਭਾਵ ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ, ਉਦੋਂ ਤੋਂ ਹੀ ਇੱਕ ਨਿਯਮ ਚੱਲਿਆ ਆ ਰਿਹਾ ਹੈ ਕਿ ਰੱਬੀ ਰਜ਼ਾ ਦੇ ਅੰਦਰ ਤੁਰਨਾ ਹੈ। ਪੂਰੀ ਦੁਨੀਆ, ਪੂਰਾ ਸੰਸਾਰ, ਆ ਯੂਨੀਵਰਸ, ਅਨੰਤ ਆਕਾਸ਼ ਗੰਗਾਵਾਂ, ਗ੍ਰਹਿ ਨਕਸ਼ਤਰ ਆਦਿਕ ਹਰ ਸ਼ੈ ਦੁਨੀਆ ਦੀ ਕਿਸੇ ਸਿਸਟਮ ਦੇ ਅੰਦਰ ਚੱਲ ਰਹੀ ਹੈ, ਕਿਸੇ ਰਜ਼ਾ ਦੇ ਅੰਦਰ ਚੱਲ ਰਹੀ ਹੈ। ਕੁਦਰਤੀ ਨਿਯਮਾਂ ਦੇ ਅੰਦਰ, ਲਾ ਆਫ ਨੇਚਰ ਦੇ ਅੰਦਰ ਹਰ ਸ਼ੈ ਕੰਮ ਕਰ ਰਹੀ ਹੈ। ਇਸੇ ਨੂੰ ਰੱਬ ਦੀ ਰਜ਼ਾ ਔਰ ਭਾਣਾ ਕਹਿੰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਸ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਹਾਂ, ਮਾਲਕ ਦੀ ਰਜ਼ਾ ਭਾਣੇ ਦੇ ਵਿੱਚ ਜੀਵਨ ਬਤੀਤ ਕਰਦਾ ਹਾਂ, ਜੋ ਸਭ ਤੋਂ ਵੱਡਾ ਔਰ ਮਹਾਨ ਹੈ। ਇਸ ਲਈ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਅੰਦਰ ਮਹਾਨਤਾ ਪੈਦਾ ਹੋਵੇ, ਸਾਡੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਆਵੇ, ਤਾਂ ਸਾਨੂੰ ਵੀ ਚਾਹੀਦਾ ਹੈ ਰੱਬੀ ਰਜ਼ਾ ਔਰ ਭਾਣੇ ਮੁਤਾਬਕ ਜੀਵਨ ਜੀਵੀਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਗੁਰੂ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।